ਸਾਡਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਕਿਸਾਨ ਵੀਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਦਾ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਮੱਕੀ ਦੀ ਫਸਲ ਦੀ ਕਾਸ਼ਤ ਅਤੇ ਸੰਭਾਵਨਾਵਾਂ। ਇਸ ਸੰਬੰਧੀ ਜਾਣਕਾਰੀ ਲੈਣ ਲਈ ਅਸੀਂ ਪਹੁੰਚੇ ਹਾਂ ਭਾਰਤੀ ਮੱਕੀ ਖੋਜ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ, ਜਿੱਥੇ ਕਿ ਆਪਾਂ ਗੱਲਬਾਤ ਕਰਾਂਗੇ ਡਾਕਟਰ ਧਰਮਪਾਲ ਚੌਧਰੀ ਜੀ ਨਾਲ, ਜੋ ਕਿ ਇਸ ਸੰਸਥਾ ਦੇ ਵਿੱਚ ਵਜੋਂ ਪ੍ਰਧਾਨ ਵਿਗਿਆਨਕ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਚਲੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ। ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਧਰਮਪਾਲ ਚੌਧਰੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਜਿਹੜੀ ਮੱਕੀ ਦੀ ਫਸਲ ਹੈ ਉਹਦੀ ਫਸਲੀ ਵਿਭਿੰਨਤਾ ਦੇ ਵਿੱਚ ਕੀ ਉਹਦਾ ਯੋਗਦਾਨ ਹੈ ਤੇ ਕੀ ਅੱਗੇ ਯੋਗਦਾਨ ਹੋ ਸਕਦਾ ਹੈ। ਜਿਹੜੀ ਮੱਕੀ ਦੀ ਫਸਲ ਹੈ ਜੀ, ਇਹ ਆਲ ਓਵਰ ਵਰਲਡ ਸੰਸਾਰਿਕ ਪੱਧਰ ਤੇ ਨੰਬਰ 1 ਦੀ ਫਸਲ ਹੈ। ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀ ਇਹ ਅਨਾਜ ਦੇ ਵਿੱਚ ਤੀਸਰੇ ਨੰਬਰ ਦੀ ਬੜੀ ਮਹੱਤਵਪੂਰਨ ਫਸਲ ਹੈ। ਤੇ ਸਾਡੇ ਕਈ ਰਾਜ ਨੇ, ਜਿੱਦਾਂ ਆਪਾਂ ਆਂਧਰਾ ਪ੍ਰਦੇਸ਼ ਹੈ, ਤੇਲੰਗਾਨਾ ਹੈ, ਮਹਾਰਾਸ਼ਟਰਾ ਹੈ, ਬਿਹਾਰ ਹੈ, ਜਿੱਥੇ ਕਿ ਇਹ ਬਹੁਤ ਵੱਡੇ ਪੱਧਰ ਤੇ ਉਗਾਈ ਜਾਂਦੀ ਹੈ ਤੇ ਇਹਦਾ ਝਾੜ ਵੀ ਬਹੁਤ ਜ਼ਿਆਦਾ ਹੈ। 10 ਤੋਂ 12 ਟਨ ਹੈਕਟੇਅਰ, ਮਤਲਬ 50-60 ਕੁਇੰਟਲ 1 ਏਕੜ ਦਾ ਆਉਂਦਾ ਹੈ। ਹੁਣ ਆਪਾਂ ਇਹ ਗੱਲ ਕੀਤੀ ਤੁਸੀਂ ਕਿ ਇਹਦੀ ਫਸਲੀ ਵਿਭਿੰਨਤਾ ਦੇ ਵਿੱਚ ਇਹਦੀ ਕੀ ਸੰਭਾਵਨਾ ਅੱਜ ਦੀ ਡੇਟ ਵਿੱਚ ਹੈ ਜਾਂ ਹੋ ਸਕਦੀ ਹੈ। ਪਹਿਲੀ ਗੱਲ ਤਾਂ ਇਹਦੇ ਪੰਜਾਬ ਜਿਹੜਾ ਹੈ ਇਹ ਕਣਕ ਤੇ ਝੋਨੇ ਦੇ ਫਸਲੀ ਚੱਕਰ 'ਚ ਜ਼ਿਆਦਾ ਮਤਲਬ ਜਿੰਨਾ ਵੀ ਕਿਸਾਨ ਹੈ ਉਹ ਝੋਨਾ ਤੇ ਕਣਕ ਬੀਜਦਾ ਹੈ। ਕਣਕ ਦੀ ਤਾਂ ਕੋਈ ਦਿੱਕਤ ਨਹੀਂ, ਬਟ ਜੋ ਝੋਨੇ ਦੇ ਸਮੇਂ ਦੇ ਨਾਲ ਕੀ ਹੋਇਆ, ਪਾਣੀ ਹੇਠ ਚਲਾ ਗਿਆ ਤੇ ਐਨਵਾਇਰਮੈਂਟਲਿਸਟ, ਜਾਗਰੂਕ ਲੋਕ, ਸਰਕਾਰਾਂ ਤੇ ਈਵਨ ਕਿਸਾਨ ਚਿੰਤਤ ਨੇ ਕਿ ਆਪਾਂ ਉਹ ਕਿਹੜੀ ਫਸਲ ਬੀਜੀਏ ਜਿਹੜੀ ਸਾਨੂੰ ਝੋਨੇ ਦੇ ਬਰਾਬਰ ਭਾਅ ਵੀ ਦੇ ਜਾਵੇ ਤੇ ਉਹਦੇ ਨਾਲ ਵਾਤਾਵਰਨ ਦਾ ਵੀ ਫਾਇਦਾ ਹੋਵੇ। ਹੁਣ ਜਿੱਥੋਂ ਤੱਕ ਪਾਣੀ ਦੀ ਗੱਲ ਹੈ, ਮੱਕੀ ਝੋਨੇ ਦੇ ਮੁਕਾਬਲੇ 5 ਗੁਣਾ ਤੋਂ ਘੱਟ ਪਾਣੀ ਲੈਂਦੀ ਹੈ। ਬਹੁਤ ਘੱਟ ਪਾਣੀ ਚਾਹੀਦਾ ਹੈ। ਕਈ ਵਾਰੀ ਤਾਂ 2-3 ਪਾਣੀ ਲਾ ਦਿਓ, ਜੇ ਬਾਰਿਸ਼ਾਂ ਚੰਗੀਆਂ ਪੈਣ ਤਾਂ ਉਹ ਵੀ 1-2 ਪਾਣੀ ਨਾਲ ਵੀ ਸਰ ਜਾਂਦਾ। ਹੁਣ ਰਹੀ ਕਿ ਇਹਦੀ ਅੱਜ ਦੀ ਡੇਟ ਦੇ ਵਿੱਚ ਕੋਈ ਲੱਖ ਦੇ ਹੈਕਟੇਅਰ ਦੇ ਆਸ-ਪਾਸ ਰਕਬਾ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮੱਕੀ ਥੱਲੇ ਹੈਗਾ, ਲੇਕਿਨ ਇਹਦੀ ਸੰਭਾਵਨਾ ਬਹੁਤ ਹੈ। ਹੁਣ ਇਹਦੀ ਸੰਭਾਵਨਾ ਕਿਸ ਤਰ੍ਹਾਂ ਹੈ ਕਿ ਮੱਕੀ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਮੱਕੀ ਹੀ ਅਜਿਹੀ ਫਸਲ ਹੈ ਜਿਹੜੀ ਕਿ ਝੋਨੇ ਨੂੰ ਬਦਲ ਸਕਦੀ ਹੈ। ਉਹਦੇ ਵਿੱਚ ਸਵਾਲ ਇਹ ਹੈ ਵੀ ਜਿਹੜਾ ਝੋਨੇ ਤੋਂ ਕਿਸਾਨ ਨੂੰ 50-60 ਹਜ਼ਾਰ ਰੁਪਏ ਦਾ ਫਾਇਦਾ ਹੈ ਤੇ ਉਹ ਕਿਆ ਮੱਕੀ ਦੇ ਸਕਦੀ ਹੈ। ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਕਿ ਮੱਕੀ ਇੱਕ ਬਹੁ ਮੰਤਵੀ ਫਸਲ ਹੈ। ਸਭ ਤੋਂ ਜ਼ਿਆਦਾ ਇਹ ਫੀਡ ਦੇ ਤੌਰ ਤੇ ਯੂਜ਼ ਹੁੰਦੀ ਹੈ। ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੇ ਧਿਆਨ 'ਚ ਇਹ ਗੱਲ ਲੈਣਾ ਚਾਹੁੰਦਾ ਕਿ 1000 ਦੇ ਆਸ-ਪਾਸ ਫੀਡ ਬਣਾਉਣ ਦੀਆਂ ਫੈਕਟਰੀਆਂ ਹਨ, ਛੋਟੀਆਂ ਵੱਡੀਆਂ 1000 ਲੱਖਾਂ ਟਨ ਮੱਕੀ ਉਹਨਾਂ ਦੇ ਵਿੱਚ ਲੱਗਦੀ ਹੈ ਫੀਡ ਬਣਾਉਣ ਵਾਸਤੇ। ਤੇ ਇਹਦੇ ਵਿੱਚ ਬਹੁਤ ਜ਼ਿਆਦਾ ਮੱਕੀ ਪੰਜਾਬ ਤੋਂ ਬਾਹਰੋਂ, ਜਿਵੇਂ ਕਿ ਬਿਹਾਰ ਤੋਂ ਜ਼ਿਆਦਾਤਰ ਉਹ ਆਪਣੇ ਮੱਕੀ ਜਿਹੜੇ ਫੀਡ ਵਾਲੇ ਨੇ ਉਹ ਮੱਕੀ ਬਾਹਰੋਂ ਮੰਗਵਾਉਂਦੇ ਹਨ। ਹੁਣ ਗੱਲ ਇਹ ਰਹੀ ਕਿ ਇਹ ਅਗਰ ਕਿਸਾਨ ਦੀ ਮੱਕੀ ਦਾ ਭਾਅ ਉਹਨੂੰ 18-20 ਰੁਪਏ ਮਿਲ ਜਾਵੇ ਤਾਂ ਉਹ ਕਾਫੀ ਹੱਦ ਤੱਕ ਇਸ ਫਸਲ ਨੂੰ ਸੋਚ ਸਕਦਾ ਹੈ। ਦੂਸਰੀ ਗੱਲ ਇਹਦੀ ਇਹ ਸੀਗੀ ਕਿ ਮੱਕੀ ਦਾ ਜਿਹੜਾ ਝਾੜ ਹੈ ਉਹ ਸਪਰਿੰਗ ਦੇ ਵਿੱਚ ਜਦੋਂ ਬੀਜਦਾ ਉਹ ਉਦੋਂ ਤਾਂ ਨਿਕਲ ਜਾਂਦਾ ਹੈਗਾ 40 ਕੁਇੰਟਲ, 50 ਕੁਇੰਟਲ, ਪਰ ਜਦੋਂ ਖਰੀਫ ਵਿੱਚ ਬੀਜੀ ਜਾਂਦੀ ਹੈ ਉਹਦਾ ਝਾੜ ਜਿਹੜਾ ਸੀ ਉਹ 18-20 ਕੁਇੰਟਲ ਦੇ ਆਸ-ਪਾਸ ਰਹਿ ਜਾਂਦਾ ਸੀ। ਤੇ ਕਿਸਾਨ ਵੀਰ ਸਦਾ ਸਾਨੂੰ ਕਹਿੰਦੇ ਸੀ ਕਿ ਵੀ ਇਹਦਾ ਝਾੜ ਤਾਂ 18-20 ਕੁਇੰਟਲ ਵੀ ਨਹੀਂ ਆਉਂਦਾ ਤੇ ਫਿਰ ਅਸੀਂ ਇਹਨੂੰ ਕਿਉਂ ਬੀਜੀਏ। ਜਦੋਂ ਤੋਂ ਸਾਡਾ ਇੱਥੇ ਸੰਸਥਾਨ 2014 'ਚ ਆਇਆ, ਅਸੀਂ ਵੱਡੇ ਪੱਧਰ ਤੇ ਤਜਰਬੇ ਕੀਤੇ। ਅਸੀਂ ਆਲ ਓਵਰ ਇੰਡੀਆ ਜਿੰਨੇ ਵੀ ਕੋਈ ਹਾਈਬ੍ਰਿਡ ਸੀ, ਟੌਪ ਕਲਾਸ ਹਾਈਬ੍ਰਿਡ, ਸਾਰੇ ਸਟੱਡੀ ਕਰਦੇ ਹਾਂ ਤੇ ਉਹ ਤੋਂ ਬਾਅਦ ਅਸੀਂ ਇਸ ਨਤੀਜੇ ਪਰ ਪਹੁੰਚੇ ਕਿ ਅਸੀਂ ਸਭ ਤੋਂ ਵਧੀਆ ਜਿਹੜੇ ਉਹ ਹਾਈਬ੍ਰਿਡ ਨੇ, ਭਾਵੇਂ ਉਹ ਪ੍ਰਾਈਵੇਟ ਕੰਪਨੀ ਦੇ ਹੋਣ, ਭਾਵੇਂ ਉਹ ਸਰਕਾਰੀ ਸੰਸਥਾਵਾਂ ਦੇ ਹੋਣ, ਉਹ ਅਸੀਂ ਆਇਡੈਂਟੀਫਾਈ ਕੀਤੇ ਤੇ ਉਹਨਾਂ ਨੂੰ ਲਗਾ ਕੇ ਦੇਖਿਆ ਕਿ ਉਹ 32-33 ਕੁਇੰਟਲ ਤੱਕ 1 ਏਕੜ ਤੋਂ ਮੱਕੀ ਕੱਢਦੇ ਨੇ। ਹੁਣ ਜੇ ਕਿਸਾਨ 30 ਕੁਇੰਟਲ ਜਿਹੜੀ ਹੈ ਮੱਕੀ ਖਰੀਫ ਦੇ ਵਿੱਚ ਲੈਂਦਾ ਹੈ ਤੇ ਅਗਰ ਉਹਨੂੰ ਭਾਅ ਜਿਹੜਾ ਹੈਗਾ 18-20 ਰੁਪਏ ਮਿਲਦਾ ਤਾਂ ਉਹ ਡੈਫੀਨੇਟਲੀ ਇਸ ਪਾਸੇ ਨੂੰ ਸੋਚ ਰਿਹਾ ਕਿ ਉਹ ਕਿਉਂ ਨਾ ਇਸ ਝੋਨੇ ਦੀ ਜਿਹੜੀ ਫਸਲ ਹੈ ਉਹਨੂੰ ਬਦਲਿਆ ਜਾਵੇ। ਇਹ ਤਾਂ ਰਹੀ ਇੱਕ ਉਹਦੀ ਪਕਾਵੀਂ ਮੱਕੀ ਦੀ ਗੱਲ। ਉਸ ਤੋਂ ਸਿਵਾਏ ਮੱਕੀ ਇੱਕ ਬਹੁ ਮੰਤਵੀ ਫਸਲ ਹੈ। ਇਹਦੇ ਤੋਂ ਅੱਜ ਕੱਲ੍ਹ ਇੱਕ ਬਹੁਤ ਵੱਡੇ ਪੱਧਰ ਤੇ ਮੱਕੀ ਤੋਂ ਅਚਾਰ ਬਣਾਇਆ ਜਾਂਦਾ, ਜਿਹਦੇ 'ਚ 2 ਤੋਂ 2.5 ਰੁਪਏ ਕਿਲੋ ਖੜੀ ਮੱਕੀ ਟਾਂਡਿਆਂ ਸਮੇਤ ਅਚਾਰ ਦੇ ਫੈਕਟਰੀਆਂ ਵਾਲੇ ਖਰੀਦ ਲੈਂਦੇ ਨੇ। ਪੌਣੇ 300 ਕੁਇੰਟਲ ਤੱਕ 1 ਏਕੜ ਤੋਂ ਮੱਕੀ ਆ ਜਾਂਦੀ ਹੈ ਤੇ ਖਰੀਫ ਦੇ ਵਿੱਚ ਕੋਈ ਐਵਰੇਜ 200 ਕੁਇੰਟਲ। ਹੁਣ ਜੇ ਅਸੀਂ 200 ਕੁਇੰਟਲ ਜਿਹੜਾ ਹਰੇ ਚਾਰਾ ਜਿਹੜਾ 3 ਮਹੀਨੇ ਤੋਂ ਬਾਅਦ ਅਚਾਰ ਦੀ ਫੈਕਟਰੀ ਵਾਲਾ ਵੱਢ ਕੇ ਲੈ ਜਾਂਦਾ,
ਤੇ ਅਗਰ ਅਸੀਂ ਉਹਨੂੰ 200 ਕੁਇੰਟਲ ਵੀ ਲਾਈਏ ਤੇ 2.5 ਰੁਪਏ ਕਿਲੋ ਵੀ ਉਹਦਾ ਰੇਟ ਲਾਓ ਤਾਂ ਉਹ ਅਰਾਊਂਡ 50,000 ਰੁਪਏ ਦੀ ਜਿਹੜੀ ਹੈ ਖੜੀ ਮੱਕੀ ਕਿਸਾਨ ਵੇਚ ਰਿਹਾ। ਤੇ ਮੈਂ ਇਹ ਨੋਟ ਕੀਤਾ ਹੈ ਪਿਛਲੇ 3 ਸਾਲਾਂ ਦੇ ਵਿੱਚ 10 ਤੋਂ ਸ਼ੁਰੂ ਹੋ ਕੇ ਅੱਜ 100 ਤੋਂ ਵੱਧ ਫੈਕਟਰੀਆਂ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮੱਕੀ ਤੋਂ ਅਚਾਰ ਦੀਆਂ ਗੰਢਾਂ ਬਣਾ ਰਹੀਆਂ ਨੇ। ਤੇ ਉਹ ਦੇਸ਼ ਦੇ ਦੂਰ ਦਰਾਡੇ ਹਿੱਸਿਆਂ 'ਚ ਜਿਵੇਂ ਬੰਗਾਲ, ਉੱਤਰ ਪ੍ਰਦੇਸ਼, ਇੱਧਰ ਰਾਜਸਥਾਨ, ਆਪਣਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਉਹ ਭੇਜ ਰਹੇ ਨੇ। ਸੋ ਇੱਕ ਦੂਜੀ ਸੰਭਾਵਨਾ ਹੋ ਗਈ ਮੱਕੀ ਤੋਂ ਅਚਾਰ ਬਣਾਉਣ ਦੀ। ਤੀਜੀ ਸੰਭਾਵਨਾ ਕੀ ਹੈ, ਭਾਰਤ ਸਰਕਾਰ ਨੇ ਪਿਛਲੇ ਸਾਲ ਸਤੰਬਰ 2021 ਦੇ ਵਿੱਚ ਮੱਕੀ ਤੋਂ ਇਥਨੋਲ ਬਣਾਉਣ ਵਾਸਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਤਾਂ ਕਿ ਜਿਹੜਾ ਪੈਟਰੋਲ ਦੇ ਵਿੱਚ ਜਿਹੜੀ ਇਥਨੋਲ ਦੀ ਮਾਤਰਾ ਹੈ ਉਹ 20 ਤੋਂ 30% ਕੀਤੀ ਜਾ ਸਕੇ। ਸੋ ਮੱਕੀ ਦੀ ਅਪਾਰ ਸੰਭਾਵਨਾ ਹੈ। ਇਸ ਤਰ੍ਹਾਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਆਲਮੋਸਟ ਅੱਧਾ ਏਰੀਆ, ਅੱਧਾ ਰਕਬਾ ਜਿਹੜਾ ਪੰਜਾਬ ਦਾ ਹੈਗਾ ਝੋਨੇ ਥੱਲੇ, ਉਹ ਮੱਕੀ ਦੇ ਵਿੱਚ ਬੜੀ ਆਸਾਨੀ ਨਾਲ ਬਦਲਿਆ ਜਾ ਸਕਦਾ। ਥੋੜ੍ਹਾ ਜਿਹਾ ਸਰਕਾਰਾਂ ਨੂੰ, ਥੋੜ੍ਹਾ ਜਿਹਾ ਕਿਸਾਨ ਵੀਰਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਮੱਕੀ ਬਹੁਤ ਹੀ ਮਹੱਤਵਪੂਰਨ ਫਸਲ ਹੈ ਤੇ ਇਹਦੀ ਕਾਸ਼ਤ ਦੇ ਨਾਲ ਆਪਾਂ ਬਹੁਤ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਤਾਂ ਡਾਕਟਰ ਸਾਹਿਬ ਇਸ ਮੱਕੀ ਦੀ ਕਾਸ਼ਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਹੜੇ ਮੁੱਖ ਕੀੜੇ ਮਕੌੜੇ ਜਾਂ ਕਿਹੜੀਆਂ ਮੁੱਖ ਬਿਮਾਰੀਆਂ ਨੇ ਜਿਨ੍ਹਾਂ ਤੋਂ ਸਾਡੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੋ ਸਕਦਾ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਬਿਮਾਰੀ ਦੀ ਕੋਈ ਬਹੁਤ ਵੱਡੀ ਸਮੱਸਿਆ ਮੱਕੀ 'ਚ ਨਹੀਂ ਹੈਗੀ। ਕਦੇ ਕਦਾਈ ਜੇ ਬਹੁਤ ਜ਼ਿਆਦਾ ਕੋਈ ਹਿਊਮਿਡ ਵਾਤਾਵਰਨ ਹੋਵੇ ਜਾਂ ਬਹੁਤ ਜ਼ਿਆਦਾ ਬਾਰਿਸ਼ਾਂ ਹੋਣ ਤਾਂ ਕਿਤੇ ਕਤਾਈ ਚਾਰਕੋਲ ਰੋਡ ਜਾਂ ਇੱਕ ਹੁੰਦੀ ਹੈ ਪੋਸਟ ਫਲਾਵਰਿੰਗ ਸਟਾਕ ਰੋਟ ਦੀ ਪ੍ਰੋਬਲਮ ਆਉਂਦੀ ਹੈ। ਅਦਰਵਾਈਜ਼ ਬਿਮਾਰੀ ਦੀ ਕੋਈ ਬਹੁਤ ਹੀ ਵੱਡੀ ਸਮੱਸਿਆ ਨਹੀਂ। ਹਾਂ, ਕੀੜੇ ਦੀ ਸਮੱਸਿਆ ਜ਼ਰੂਰ ਹੈਗੀ ਹੈ। ਪਹਿਲਾਂ ਇੱਕ ਕੀੜਾ ਹੁੰਦਾ ਸੀ ਜਿਹੜਾ ਕਿ ਜਿਹਨੂੰ ਸਟੈਮ ਬੋਰਰ ਕਹਿੰਦੇ ਆ, ਲੇਕਿਨ ਪਿਛਲੇ 3 ਸਾਲ ਤੋਂ ਇੱਕ ਫਾਲ ਆਰਮੀ ਵਾਰਮ ਜਿਹਨੂੰ ਕੋਈ ਸੈਨਿਕ ਸੁੰਡੀ ਵੀ ਕਹਿੰਦੇ ਆ, ਉਹ ਮੱਕੀ 'ਚ ਆਇਆ ਹੋਇਆ। ਉਹ ਕੀ ਕਰਦਾ, ਇਹ ਗੋਭ ਦੇ ਵਿੱਚ, ਕਿਉਂਕਿ ਇੱਕ ਇਹਦਾ ਸਾਈਕਲ ਹੈ ਭੁੰਡੀ ਤੋਂ ਸੁੰਡੀ, ਉਹ ਜਿਹੜੀ ਸੁੰਡੀ ਆ ਗੋਭ 'ਚ ਵੜ ਜਾਂਦੀ ਹੈ, ਗੋਭ 'ਚ ਵੜ ਕੇ ਉਹਨੂੰ ਖਾਂਦੀ ਰਹਿੰਦੀ ਹੈ। ਤੇ ਅਗਰ ਤੁਸੀਂ ਦੇਖੋਗੇ ਉਹਦੇ ਉੱਤੇ ਅਲੱਗ-ਅਲੱਗ ਜਿਵੇਂ ਖਾਧੀ ਹੋਈ ਦਾਣੇ, ਉਹਦੇ ਪੱਤੇ ਜਿਹੜੇ ਨੇ ਉਹਦੇ ਉੱਤੇ ਛੇਦ ਜਿਹੇ ਮਿਲਦੇ ਨੇ ਤੁਹਾਨੂੰ। ਤੇ ਉਹਦੇ ਵਾਸਤੇ ਬੜੀ ਵਧੀਆ ਦਵਾਈਆਂ ਰਿਕਮੈਂਡਡ ਨੇ। ਇੱਕ ਕੋਰਾਜਨ ਹੈਗੀ ਹੈ, ਹੋਰ ਵੀ 1-2 ਇਸ ਤਰ੍ਹਾਂ ਦੀਆਂ ਦਵਾਈਆਂ ਨੇ। ਤੁਸੀਂ ਉਹਨਾਂ ਨੂੰ ਛਿੜਕਾਅ ਕਰਨਾ। ਫਰਕ ਸਿਰਫ ਇੰਨਾ ਆ ਕਿ ਜਿਵੇਂ ਆਪਾਂ ਝੋਨੇ ਤੇ ਕਣਕ ਛਿੜਕਾਅ ਕਰਦੇ ਹਾਂ, ਮੱਕੀ ਤੇ ਉਸ ਤਰ੍ਹਾਂ ਛਿੜਕਾਅ ਨਹੀਂ ਕਰਨਾ, ਕਿਉਂਕਿ ਦਵਾਈ ਗੋਭ ਦੇ ਵਿੱਚ ਜਾਣੀ ਚਾਹੀਦੀ ਹੈ। ਉਹ ਯੂਜ਼ਲੀ ਆਮ ਤੌਰ 'ਤੇ ਕਿਆ ਹੁੰਦਾ, ਕਿਸਾਨ ਵੀਰ ਜਾਂ ਕਿਸੇ ਨੂੰ ਮਜ਼ਦੂਰ ਨੂੰ ਕਹਿੰਦੇ ਨੇ, ਉਹ ਇਸ ਤਰ੍ਹਾਂ ਛਿੜਕਾਅ ਕਰ ਦਿੰਦਾ। ਤੇ ਇਹਦਾ ਬੈਸਟ ਤਰੀਕਾ ਇਹੀ ਹੈ ਕਿ ਜਾਂ ਤਾਂ ਤੁਸੀਂ ਉਹਨੂੰ ਦਵਾਈ ਨੂੰ ਰੇਤ ਵਿੱਚ ਮਿਲਾ ਲਓ ਤੇ ਥੋੜ੍ਹਾ ਜਿਹੜਾ ਰੇਤ ਹੈ ਉਹਨੂੰ ਜਿਹੜੀ ਗੋਹ ਦੇ ਵਿੱਚ ਪਾਉਂਦੇ ਰਹੋ ਤੇ ਉਹ ਕੀੜਾ ਬੜੀ ਜਲਦੀ ਕੰਟਰੋਲ ਹੋ ਜਾਂਦਾ। ਦੂਸਰਾ ਇਹ ਹੈਗਾ ਕਿ ਜਦੋਂ ਬਾਰਿਸ਼ ਹੋਏਗੀ, ਉਹ ਬਾਰਿਸ਼ ਜਿਹੜੇ ਗੋਹ ਦੇ ਵਿੱਚ ਪਾਣੀ ਭਰ ਜਾਂਦਾ, ਗੋਹ ਦੇ ਵਿੱਚ ਪਾਣੀ ਭਰਨ ਦੇ ਨਾਲ ਕੀੜਾ ਆਪਣੇ ਆਪ ਮਰ ਜਾਂਦਾ। ਸੋ ਇਹ ਜਿਹੜੀ ਦਿੱਕਤ ਹੈ ਫਾਲ ਆਰਮੀ ਵਰਮ ਦੀ, ਜਦੋਂ ਆਪਾਂ ਇਹਨੂੰ ਗਰਮੀਆਂ 'ਚ ਬੀਜਦੇ ਹਾਂ ਉਦੋਂ ਜ਼ਿਆਦਾ ਆਉਂਦੀ ਹੈ। ਤੇ ਕਿਸਾਨ ਵੀਰ ਧਿਆਨ ਰੱਖਣ ਤੇ ਜਿਹੜੀ ਗਰਮੀਆਂ ਦੀ ਮੱਕੀ ਹੈ ਉਹਦੇ ਵਿੱਚ ਉਹਨਾਂ ਨੇ ਉਸ ਕੀੜੇ ਵੱਲ ਦਾ ਰੋਜ਼ ਖੇਤ ਜਾਣਾ। ਜਿੱਦਾਂ ਹੀ ਤੁਹਾਨੂੰ ਉਹਦੇ ਕੁਝ ਲੱਛਣ ਦਿਖਦੇ ਨੇ ਕਿ ਪੱਤੇ ਖਾਧੇ ਹੋਏ ਨੇ, ਨਾਲ ਦੀ ਨਾਲ ਤੁਸੀਂ ਸਪਰੇਅ ਕਰੋ। ਖਾਸ ਕਰਕੇ ਜਿਹੜੇ ਪੱਤੇ ਖਾਧੇ ਨੇ ਉਹਨਾਂ ਦੇ ਗੋਭ ਦੇ ਵਿੱਚ ਉਸ ਚੀਜ਼ ਨੂੰ ਜ਼ਰੂਰ ਸਪਰੇਅ ਕਰੋ। ਡਾਕਟਰ ਸਾਹਿਬ, ਅੱਗੇ ਵਧਦੇ ਹੋਏ ਅਸੀਂ ਪੁੱਛਣਾ ਚਾਹਾਂਗੇ ਕਿ ਮੱਕੀ ਦੀ ਕਾਸ਼ਤ ਦੇ ਵਿੱਚ ਖਾਦਾਂ ਦੀ ਕੀ ਭੂਮਿਕਾ ਰਹਿੰਦੀ ਹੈ? ਜਿਹੜੇ ਆਪਣੇ ਖੇਤ ਦਾ ਉਹ ਜਿਹੜੀ ਮਿੱਟੀ ਦੀ ਪਰਖ ਜ਼ਰੂਰ ਕਰਾਉਣਾ, ਕਿਉਂਕਿ ਬਿਨਾਂ ਮਿੱਟੀ ਦੀ ਪਰਖ ਕੀਤਿਆਂ ਅਸੀਂ ਖਾਦ ਦਈਏ ਜੇ ਪੋਟਾਸ਼ ਦੀ ਲੋੜ ਹੈ ਜਾਂ ਨਹੀਂ ਹੈ, DAP ਦੀ ਕਿੰਨੀ ਲੋੜ ਹੈ, ਕਿਉਂਕਿ ਇੱਕ ਫਸਲੀ ਚੱਕਰ ਨੂੰ ਚਲਦੇ ਇਹਨਾਂ ਦੀ ਥੋੜ੍ਹੀ ਜਿਹੀ ਇੰਬੈਲੈਂਸ ਤਾਂ ਹੋ ਜਾਂਦਾ। ਹੁਣ ਰਹੀ ਖਾਦਾਂ ਦੀ ਗੱਲ, ਤੇ ਬਿਜਾਈ ਵੇਲੇ ਸਾਨੂੰ ਕੋਈ 1 ਬੈਗ ਪਾ ਦਿਓ DAP ਦਾ 1 ਏਕੜ ਦੇ ਵਿੱਚ, ਤੇ 20 ਤੋਂ 30 ਕਿਲੋ ਯੂਰੀਆ ਤੇ 30 ਤੋਂ 40 ਕਿਲੋ ਪੋਟਾਸ਼ ਅਸੀਂ 1 ਏਕੜ 'ਚ ਪਾਉਂਦੇ ਹਾਂ। ਦੂਜੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਕਿਸਾਨ ਵੀਰਾਂ ਨੂੰ ਕਿ ਜਿਹੜੀਆਂ ਇਹ ਖਾਦਾਂ ਨੇ, ਕਿਉਂਕਿ ਘੁਲਣਸ਼ੀਲ ਨੇ, ਇਹਨਾਂ ਦੇ ਵਿੱਚ 60, 70, 80% ਤਾਂ ਜੇ ਬਾਰਿਸ਼ ਹੋ ਜਾਏ ਤਾਂ ਲੀਚ ਆਊਟ ਹੋ ਜਾਂਦਾ, ਮਤਲਬ ਕਿ ਧਰਤੀ ਚਲੇ ਜਾਂਦਾ, ਜ਼ਮੀਨ ਚਲੇ ਜਾਂਦਾ। ਇਸ ਕਰਕੇ ਖਾਦ ਅਸੀਂ ਕੋਸ਼ਿਸ਼ ਕਰਦੇ ਇਕੱਠੀ ਨਹੀਂ ਪਾਉਣੀ। ਜਦੋਂ ਫਸਲ ਨੀ ਹਾਈ ਸਟੇਜ, ਮਤਲਬ ਗੋਡੇ ਜਿੰਨੀ ਹੋ ਜੇ, ਉਦੋਂ 1 ਥੈਲਾ ਯੂਰੀਆ ਦਾ ਅਸੀਂ 1 ਏਕੜ 'ਚ ਪਾ ਦੇਣਾ। ਉਸ ਤੋਂ ਬਾਅਦ ਫਿਰ ਜਦੋਂ ਫਲਾਵਰਿੰਗ ਆਉਂਦੀ ਹੈ, ਜਦੋਂ ਨਿਸਾਰ ਝੰਡਾ ਨਿਕਲਦਾ, ਇਹ ਜਿਹੜਾ ਮਤਲਬ ਛੱਲੀ ਤੇ ਝੰਡਾ ਨੇ, ਇਹ ਉਹਦੇ ਮੇਲ ਤੇ ਫੀਮੇਲ ਪਾਰਟ ਨੇ ਮੱਕੀ ਦੇ, ਜਦੋਂ ਇਹ ਦਿਖਣੇ ਸ਼ੁਰੂ ਹੋ ਜਾਂਦੇ ਨੇ, ਉਸ ਵਕਤ ਫਸਲ ਨੂੰ ਇਹਦੀ ਜ਼ਰੂਰਤ ਹੁੰਦੀ ਹੈ ਯੂਰੀਆ ਦੀ ਤੇ ਖਾਦ ਦੀ।
ਉਸ ਵਕਤ ਫਿਰ ਅਸੀਂ ਇੱਕ ਜਿਹੜਾ ਬੈਗ ਹੈ ਯੂਰੀਆ ਦਾ ਉਹ 1 ਏਕੜ ਦੇ ਵਿੱਚ ਪਾਉਣਾ ਹੈਗਾ। ਜੀ ਡਾਕਟਰ ਸਾਹਿਬ, ਜੇ ਆਪਾਂ ਭਾਰਤੀ ਮੱਕੀ ਖੋਜ ਸੰਸਥਾਨ ਦੇ ਪ੍ਰਯੋਗਾਂ ਤੇ ਆਧਾਰਿਤ ਗੱਲ ਕਰੀਏ ਤਾਂ ਮੱਕੀ ਦੀ ਫਸਲ ਦੀ ਉਤਪਾਦਨ ਸਮਰੱਥਾ ਕੀ ਹੈ? ਇਹਦੇ 'ਚ ਮੈਂ ਇਹ ਦੱਸਣਾ ਚਾਹਾਂਗਾ ਕਿ ਭਾਰਤੀ ਮੱਕੀ ਖੋਜ ਸੰਸਥਾਨ 2014 'ਚ ਪੰਜਾਬ ਦੇ ਵਿੱਚ ਸਿਰਫ ਇਸ ਮਕਸਦ ਵਾਸਤੇ ਲਿਆਂਦਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੱਕੀ ਦੇ ਥੱਲੇ ਰਕਬਾ ਵਧਾਇਆ ਜਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਲੱਗ-ਅਲੱਗ ਮੱਕੀ ਦੀਆਂ ਕਿਸਮਾਂ ਦੇ ਅਲੱਗ-ਅਲੱਗ ਸਮੇਂ ਤੇ ਤਜਰਬੇ ਕੀਤੇ ਤੇ ਉਹਨਾਂ ਤਜਰਬਿਆਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਹ ਦੇਖਿਆ ਸੀ ਕਿ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪਹਿਲਾਂ ਮੱਕੀ ਜਿਹੜੀ ਸਪਰਿੰਗ ਦੇ ਵਿੱਚ ਅਸੀਂ ਬੀਜਦੇ ਆ ਉਹਦੀ ਸਾਨੂੰ 40-50 ਕੁਇੰਟਲ ਤੱਕ ਝਾੜ ਆਇਆ, ਲੇਕਿਨ ਜਦੋਂ ਖਰੀਫ ਦੇ ਵਿੱਚ ਬੀਜਦੇ ਸੀ ਸਾਡਾ ਜਿਹੜਾ ਮੱਕੀ ਦਾ ਝਾੜ ਸੀ ਉਹ ਘਟ ਜਾਂਦਾ ਸੀ। ਫਿਰ ਅਸੀਂ ਇਹ ਦੇਖਿਆ ਕਿਉਂਕਿ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਉਹ ਕੋਈ ਕਿਤੇ ਵਧੀਆ ਪਰਫਾਰਮ ਕਰਦੀ ਹੈ, ਕੋਈ ਕਿਤੇ ਬੈਟਰ ਹੁੰਦੀ ਹੈ। ਆਪਾਂ ਜਿਵੇਂ ਇਹ ਕਹਿ ਲਈਏ ਕਿ ਕੋਈ ਇੱਕ ਇਨਸਾਨ ਇੱਥੇ ਪੰਜਾਬ ਦੇ ਵਿੱਚ ਉਹਨੂੰ ਪਾਣੀ ਸੂਟ ਨਹੀਂ ਕਰਦਾ, ਬਿਮਾਰ ਰਹਿੰਦਾ, ਉਹੀ ਬੰਦਾ ਅਗਰ ਕਿਸੇ ਕਰਨਾਟਕਾ ਚਲੇ ਜਾਵੇ ਉਹਨੂੰ ਪਾਣੀ ਸੂਟ ਕਰਦਾ, ਬਹੁਤ ਉਹਦੀ ਅੱਛੀ ਸਿਹਤ ਹੁੰਦੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਤਜਰਬਿਆਂ ਦੇ ਬੇਸ 'ਤੇ ਫਿਰ ਅਸੀਂ ਕੁਝ ਵਧੀਆ ਹਾਈਬ੍ਰਿਡ ਜਿਹੜੇ ਮੱਕੀ ਦੇ ਹੈਗੇ ਨੇ ਉਹ ਅਸੀਂ ਚਿੰਨ੍ਹਿਤ ਕੀਤੇ, ਆਇਡੈਂਟੀਫਾਈ ਕੀਤੇ ਤੇ ਫਿਰ ਉਹਨੂੰ ਆਪਣੇ ਜਿਹੜਾ ਸਾਡੇ ਰਿਸਰਚ ਟਰਾਇਲ ਹੈ ਲਾਡੋਵਾਲ ਉੱਥੇ ਅਸੀਂ ਲਗਾ ਕੇ ਦੇਖਿਆ। ਫਿਰ ਅਸੀਂ ਪਾਇਆ ਕਿ ਹਾਂ ਇਹਨਾਂ 'ਚ ਦਮ ਹੈ, ਅਗਰ ਇਹਨਾਂ ਨੂੰ ਅਸੀਂ ਕਿਸਾਨ ਵੀਰਾਂ ਤੱਕ ਲੈ ਕੇ ਜਾਂਦੇ ਹਾਂ ਤਾਂ ਫਿਰ ਚੰਗਾ ਉਹਦਾ ਝਾੜ ਆਏਗਾ। ਉਹਦੇ 'ਚ ਫਿਰ ਅਸੀਂ ਕੀ ਕੀਤਾ ਵੀ ਉਹਨੂੰ ਪਿਛਲੇ ਸਾਲ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਪਲੇਟਫਾਰਮ ਬਣਾਇਆ ਜਿੱਥੇ ਅਸੀਂ 100 ਕਿਸਾਨਾਂ ਨੂੰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਖਾਸ ਕਰਕੇ ਦੋ ਏਰੀਏ ਅਸੀਂ ਨਿਰਧਾਰਿਤ ਕੀਤੇ। ਇੱਕ ਗੜ੍ਹਸ਼ੰਕਰ ਦੇ ਆਸ-ਪਾਸ, ਬਲਾਚੌਰ ਦੇ ਆਸ-ਪਾਸ ਤੇ ਦੂਸਰਾ ਅਸੀਂ ਕੀਤਾ ਜਲੰਧਰ ਦੇ ਆਸ-ਪਾਸ ਤੇ ਉਹਨਾਂ ਨੂੰ ਅਸੀਂ ਸਾਰੀ ਟੈਕਨੋਲੋਜੀ, ਸਾਰੀ ਵਿਧੀ, ਸਾਰੀਆਂ ਇਹਦੀਆਂ ਦਵਾਈਆਂ ਖਾਦ ਨੂੰ ਛੱਡ ਕੇ ਇਹ ਦਿੱਤੀਆਂ ਤੇ ਫਿਰ ਅਸੀਂ ਇਹ ਪਹਿਲੀ ਵਾਰ ਬੜੀ ਸਾਨੂੰ ਖੁਸ਼ੀ ਮਿਲੀ ਕਿ ਕਿਸਾਨ ਵੀਰਾਂ ਦਾ ਇੰਨਾ ਉਤਸ਼ਾਹ ਸੀ ਕਿ ਜਿਹੜਾ ਉਹ ਕਹਿੰਦੇ ਸੀ ਕਿ 22-23 ਕੁਇੰਟਲ ਤੋਂ ਵੱਧ ਦਾ ਨਹੀਂ ਝਾੜ, ਉਹ ਉਹਨਾਂ ਨੇ ਖੁਦ ਕਿਹਾ, ਆਪਣੇ ਮੂੰਹੋਂ ਕਹਿੰਦੇ ਨੇ ਕਿ ਵੀ 28-30-32 ਕੁਇੰਟਲ ਤੱਕ ਮੱਕੀ ਦਾ ਝਾੜ ਆਇਆ। ਤੇ ਉਹਨਾਂ ਨੂੰ ਪਹਿਲੀ ਵਾਰ ਇੱਕ ਆਸ ਦੀ ਕਿਰਨ ਦਿਖੀ ਹੈ ਕਿ ਅਗਰ ਮੱਕੀ ਸਾਨੂੰ 32-35 ਕੁਇੰਟਲ ਝਾੜ ਦੇ ਸਕਦੀ ਹੈ ਫਿਰ ਸਾਨੂੰ ਉਮੀਦ ਜਾਗੀ ਕਿ ਅਸੀਂ ਪੰਜਾਬ ਦੇ ਵਿੱਚ ਇਹਨੂੰ ਵੱਡੇ ਪੱਧਰ 'ਤੇ ਮੱਕੀ ਦੀ ਫਸਲ ਨੂੰ ਅਸੀਂ ਉਗਾ ਸਕਦੇ ਹਾਂ। ਫਿਰ ਅਸੀਂ ਅਲੱਗ-ਅਲੱਗ ਜਿਹੜੇ ਫੈਕਟਰੀਆਂ ਸੀਗੀਆਂ ਜਿਹੜੀਆਂ ਕਿ ਮੱਕੀ ਤੋਂ ਫੀਡ ਬਣਾਉਂਦੀਆਂ ਨੇ ਉਹਨਾਂ ਕੋਲ ਗਏ। ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਦੇਖੋ ਅਸੀਂ ਸਾਲ ਦੇ ਬਹੁਤੇ ਸਮੇਂ ਦੇ ਵਿੱਚ 18 ਤੋਂ ਲੈ ਕੇ 22 ਰੁਪਏ ਪ੍ਰਤੀ ਕਿਲੋ ਹਿਸਾਬ ਨਾਲ ਮੱਕੀ ਖਰੀਦਦੇ ਹਾਂ, ਜਦੋਂ ਕਿ ਕਿਸਾਨ ਵੇਚਦਾ ਹੈਗਾ 700 ਤੋਂ 800 ਰੁਪਏ। ਤਾਂ ਅਸੀਂ ਇਹ ਦੇਖਿਆ ਕਿ ਜਿਹੜਾ ਲੋਕਲ ਡੀਲਰ ਹੈ ਉਹ 700-800 ਰੁਪਏ ਲੈ ਕੇ ਉਸੇ ਦਿਨ ਜਾਂ ਉਸ ਤੋਂ ਕੁਝ ਦਿਨਾਂ ਬਾਅਦ 18 ਰੁਪਏ ਜਾਂ 20 ਰੁਪਏ ਕਿਲੋ ਅਗਲਾ ਜਿਹੜੀ ਫੀਡ ਫੈਕਟਰੀ ਨੂੰ ਦੇ ਰਿਹਾ। ਤੇ ਫਿਰ ਅਸੀਂ ਇੱਕ ਪ੍ਰੋਜੈਕਟ ਵੀ ਸਬਮਿਟ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਇਹਦੇ ਵਿੱਚ ਅਸੀਂ ਇਹ ਜਿਹੜਾ ਇੱਕ ਸਿੱਧਾ ਰਾਬਤਾ ਕਾਇਮ ਕਰੀਏ, FPO ਬਣਾਈਏ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਤਾਂ ਕਿ ਕਿਸਾਨ ਨੂੰ ਮੱਕੀ ਦਾ ਲਾਹੇਵੰਦ ਭਾਅ ਮਿਲ ਰਿਹਾ। ਤੋ ਸਾਡੇ ਤਜਰਬਿਆਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਖਰੀਫ ਸੀਜ਼ਨ ਦੇ ਵਿੱਚ ਮੱਕੀ ਦੇ ਕਾਫੀ ਅੱਛਾ ਝਾੜ ਨਿਕਲ ਸਕਦਾ ਹੈ, ਪਕਾਮੀ ਮੱਕੀ ਦਾ। ਇਸ ਤੋਂ ਸਿਵਾਏ ਅਸੀਂ ਇਹ ਵੀ ਤਜਰਬੇ ਕੀਤੇ ਹਨ ਕਿ ਜਿਹੜੀ ਬੇਬੀ ਕੋਰਨ ਹੈ, ਕਿਉਂਕਿ ਮੱਕੀ ਸਿਰਫ ਇੱਕ ਤਰ੍ਹਾਂ ਨਾਲ ਨਹੀਂ ਖਾਈ ਜਾਂਦੀ, ਜਿਹੜੀ ਬੇਬੀ ਕੋਰਨ ਹੈ, ਸਵੀਟ ਕੋਰਨ ਹੈ। ਬੇਬੀ ਕੋਰਨ ਬਿਲਕੁਲ ਛੋਟੀ ਮੱਕੀ ਹੁੰਦੀ ਹੈ, ਸ਼ੀਸ਼ੂ ਮੱਕੀ ਕਹਿ ਦਿੰਦੇ ਆ। ਸਵੀਟ ਕੋਰਨ ਜਿਹੜੀ ਕਿ ਮਿੱਠੀ ਮੱਕੀ ਹੈ, ਸਾਡੇ ਕੋਲ ਇਹਦੀਆਂ ਅਲੱਗ-ਅਲੱਗ ਇਹਦੀਆਂ ਵੈਰਾਈਟੀਆਂ ਨੇ ਤੇ ਉਹ ਇੱਕ ਇੱਦਾਂ ਦੀਆਂ ਦੋ ਸਪੈਸ਼ਲਟੀ ਕੋਰਨ ਨੇ ਜਿਹ ਤੋਂ ਕਿਸਾਨ ਬਹੁਤ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ। ਤੇ ਥੋੜ੍ਹਾ ਜਿਹਾ ਬਸ ਇਹ ਹੈ ਕਿ ਇੱਕ ਸ਼ੁਰੂਆਤ ਦੀ ਜ਼ਰੂਰਤ ਹੈ ਕਿ ਇੱਕ ਰੀਜਨ, ਦੂਸਰਾ ਇਹਦੇ 'ਚ ਕੋਈ ਅਸੀਂ ਲੱਭ ਰਹੇ ਹਾਂ ਕਿ ਸਾਨੂੰ ਕੋਈ ਵਪਾਰੀ ਮਿਲ ਜਾਵੇ ਜੋ ਕਿ ਇਹਦੀ ਪ੍ਰੋਸੈਸਿੰਗ ਦੇ ਯੂਨਿਟ ਲਾ ਸਕੇ, ਜਾਂ ਕਿਸਾਨ ਵੀਰਾਂ 'ਚ ਕੋਈ ਉਦਮੀ ਵੀਰ ਹੋਣ ਜੋ ਕਿ ਬੇਬੀ ਕੋਰਨ ਅਤੇ ਸਵੀਟ ਕੋਰਨ ਤੋਂ ਪ੍ਰੋਸੈਸਿੰਗ ਯੂਨਿਟ ਲਾ ਲੈਣ, ਤਾਂ ਕਿ ਉਸ ਇਲਾਕੇ ਦੇ ਬਹੁਤੇ ਕਿਸਾਨ ਫਿਰ ਮੱਕੀ ਬੀਜਣੀ ਸ਼ੁਰੂ ਕਰ ਦੇਣ। ਕਿਸਾਨੀ ਅਰਥਚਾਰੇ ਦੇ ਵਿੱਚ ਜਿਹੜੀ ਹੈ ਕਿ ਇਹ ਮੱਕੀ ਦੀ ਫਸਲ ਦੀ ਕੀ ਭੂਮਿਕਾ ਹੋ ਸਕਦੀ ਹੈ? ਕਿਸਾਨ ਜਿਹੜਾ ਸਭ ਤੋਂ ਪਹਿਲਾਂ ਆਪਣਾ ਅਰਥਚਾਰਾ ਦੇਖੇਗਾ। ਤੇ ਜਦੋਂ ਅਸੀਂ ਸਰਕਾਰ ਨੂੰ ਮਿਲਦੇ ਸੀ ਜਾਂ ਕਿਸਾਨ ਨੂੰ ਵੀ, ਉਹ ਕਹਿੰਦੇ ਸੀ ਕਿ ਗੱਲ 60,000 ਦੀ ਕਰੋ ਕਿ ਸਾਨੂੰ 60,000 ਰੁਪਈਆ ਪਰ ਏਕੜ ਦੇ ਹਿਸਾਬ ਨਾਲ ਝੋਨੇ ਤੋਂ ਮਿਲ ਰਿਹਾ ਹੈ ਕਿ ਕਿਆ ਅਸੀਂ ਮੱਕੀ ਤੋਂ ਇੰਨਾ ਪੈਸਾ ਲੈ ਸਕਦੇ ਹਾਂ। ਸਾਡੇ ਤਜਰਬਿਆਂ ਦੇ ਹਿਸਾਬ ਨਾਲ ਅਸੀਂ ਦੇਖਿਆ ਕਿ ਇਹ ਤੋਂ ਵੀ ਜ਼ਿਆਦਾ ਮੁਨਾਫਾ ਕਿਸਾਨਾਂ ਨੇ ਕਮਾਇਆ। ਹੁਣ ਇਹ ਤੋਂ ਜ਼ਿਆਦਾ ਮੁਨਾਫਾ ਜਿਹੜਾ ਕਿਸਾਨ ਕਿਸ ਤਰ੍ਹਾਂ ਕਮਾਉਂਦੇ ਹਨ, ਮੈਂ ਸਭ ਤੋਂ ਪਹਿਲਾਂ ਗੜ੍ਹਸ਼ੰਕਰ ਏਰੀਏ ਦੀ ਗੱਲ ਕਰਾਂ ਤੇ ਉਹਨਾਂ ਨੇ ਇੱਕ ਤਾਂ ਮੱਕੀ ਜਿਹੜੀ 3 ਫਸਲੀ ਚੱਕਰ ਲੈਣ ਦੇ ਵਿੱਚ ਬੜੀ ਲਾਹੇਵੰਦ ਸਾਬਤ ਹੋਈ। ਲੋਕ ਮੱਕੀ ਤੇ ਕਣਕ ਬੀਜਦੇ ਨੇ। ਮੱਕੀ ਦੀਆਂ ਦੋਨੇ ਜਿਹੜੀਆਂ ਫਸਲਾਂ ਨੇ ਉਹ ਚਾਰ ਵਾਸਤੇ ਜਾਂਦੀਆਂ ਨੇ। 40 ਹਜ਼ਾਰ ਤੋਂ 50 ਹਜ਼ਾਰ, ਈਵਨ 60 ਹਜ਼ਾਰ ਰੁਪਇਆ ਏਕੜ ਦਾ ਅਚਾਰ ਵਾਸਤੇ ਗਿਆ। ਹੁਣ ਜੇ ਅਸੀਂ ਚਲੋ ਗਰਮੀਆਂ 'ਚ ਮੱਕੀ ਬੀਜੀ ਉਹਨੂੰ ਪਾਣੀ ਜ਼ਿਆਦਾ ਲੱਗਦਾ, ਲੇਕਿਨ ਜਿਹੜੀ ਬਰਸਾਤ ਦੀ ਮੱਕੀ ਉਹਨੂੰ ਤਾਂ ਪਾਣੀ ਘੱਟ ਲੱਗਿਆ ਤੇ ਉਹ ਦੋਨਾਂ ਦਾ ਮਿਲਾ ਕੇ ਵੀ ਝੋਨੇ ਦੇ ਪਾਣੀ ਦੇ ਮੁਕਾਬਲੇ ਕਾਫੀ ਘੱਟ ਪਾਣੀ ਹੈ।
ਨੰਬਰ 2 ਇਹ ਹੈਗਾ ਕਿ ਝੋਨੇ ਵਿੱਚ ਥੱਲੇ ਇੱਕ ਲੇਅਰ ਬਣ ਜਾਂਦੀ ਹੈ, ਪਾਣੀ ਜਿਹੜਾ ਉੱਪਰ ਖੜਾ ਨਾ ਥੱਲੇ ਜਾਂਦਾ ਹੀ ਕੋਈ ਨਹੀਂ, ਤੇ ਜਿਹੜੀ ਮੱਕੀ ਦੀ ਫਸਲ ਦੇ ਵਿੱਚ ਪਾਣੀ ਜਿੰਨਾ ਵੀ ਡਿੱਗਿਆ ਉਹ ਸਾਰਾ ਥੱਲੇ ਜਾਏਗਾ ਜ਼ਮੀਨ ਦੇ ਵਿੱਚ। ਸੋ ਉਸ ਤਰੀਕੇ ਨਾਲ ਜਦੋਂ ਆਪਾਂ ਅਰਥਚਾਰੇ ਦੀ ਗੱਲ ਕਰੀਏ ਤੇ ਜੇ ਤੁਸੀਂ ਇੱਕ ਫਸਲ ਦੀ ਬਜਾਏ 2 ਫਸਲਾਂ ਲੈਂਦੇ ਹੋ ਤਾਂ ਤੁਹਾਨੂੰ 1 ਲੱਖ ਤੋਂ ਉੱਪਰ ਤਾਂ ਵੈਸੇ ਹੀ ਹੋ ਗਿਆ। ਦੂਸਰਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਦੇ ਨਾਲ ਸਾਡੀਆਂ ਜਿਹੜੀਆਂ ਜਿਹਨੂੰ ਅਸੀਂ ਸਪੈਸ਼ਲਟੀ ਕੋਰਨ ਕਹਿੰਦੇ ਆ, ਜਿਵੇਂ ਬੇਬੀ ਕੋਰਨ ਹੈ, ਜਿਵੇਂ ਸਵੀਟ ਕੋਰਨ ਹੈ, ਜਾਂ ਜਿਹੜੇ ਪੌਪਕੋਰਨ ਹੈ, ਇਹਦੇ ਵਿੱਚ ਇੰਨੀ ਕੁ ਸੰਭਾਵਨਾ ਆ, ਅਪਾਰ ਸੰਭਾਵਨਾ ਹੈ ਕਿ ਕਿਸਾਨ 1 ਏਕੜ ਤੋਂ ਲੱਖ ਰੁਪਈਆ ਤੱਕ ਕਮਾਉਂਦਾ। ਤੇ ਬੜੇ ਹਰਿਆਣੇ ਦੇ ਵਿੱਚ ਇੱਕ ਅਟੇਰਨਾ ਤੇ ਮਨੌਲੀ 2 ਪਿੰਡ ਨੇ ਜਿਹੜੇ ਕਿ ਸਾਰੇ ਹੀ ਕਿਸਾਨ ਇੱਕ ਪਿੰਡ ਦੇ ਸਵੀਟ ਕੋਰਨ ਬੀਜਦੇ ਆ, ਇੱਕ ਦੇ ਬੇਬੀ ਕੋਰਨ ਬੀਜਦੇ ਆ, ਤੇ ਉਹਨਾਂ ਦੀ ਚੰਗੀ ਚੋਖੀ ਕਮਾਈ ਕਰਦੇ ਆ। ਇਸੇ ਤਰ੍ਹਾਂ ਤੁਸੀਂ ਅਰਥਚਾਰੇ ਦੀ ਗੱਲ ਕੀਤੀ ਹੈ ਕਿ ਮੈਂ ਪਹਿਲਾਂ ਦੱਸ ਚੁੱਕਾ ਵੀ ਜਿਹੜਾ ਆਪਣਾ ਇਥਾਨੋਲ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹੜਾ ਇਥਾਨੋਲ ਹੈ ਉਹ ਮੱਕੀ ਅਨਾਜ ਤੋਂ ਬਣਾਇਆ ਜਾਵੇ, ਮੱਕੀ ਤੋਂ ਬਣਾਇਆ ਜਾਵੇ। ਤੇ ਫਿਰ ਇਸ ਤਰ੍ਹਾਂ ਕਰਕੇ ਮੱਕੀ ਦੀ, ਕਿਉਂਕਿ ਬਹੁਤ ਮੰਤਵੀ ਫਸਲ ਹੈ, ਬਹੁਤ ਉਪਯੋਗੀ ਫਸਲ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਪਾਰ ਸੰਭਾਵਨਾ ਹੈ ਕਿ ਪੰਜਾਬ ਦੇ ਕਿਸਾਨੀ ਅਰਥਚਾਰੇ ਦੇ ਵਿੱਚ ਮੱਕੀ ਆਪਣਾ ਇੱਕ ਵੱਡਾ ਰੋਲ ਪਲੇ ਕਰਨ ਜਾ ਰਹੀ ਹੈ। ਹੁਣ ਆਪਾਂ ਆਏ ਆ ਡਾਕਟਰ ਧਰਮਪਾਲ ਦੀ ਲੈਬ ਦੇ ਵਿੱਚ। ਇੱਥੇ ਆਪਾਂ ਦੇਖਾਂਗੇ ਕਿ ਮੱਕੀ ਦੇ ਉੱਤੇ ਕਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ, ਕਿ ਮੱਕੀ ਦੀ ਫਸਲ ਹੈ ਜਿਹੜੀ ਉਹ ਕਿਵੇਂ ਬਾਕੀ ਅਨਾਜਾਂ ਨਾਲੋਂ ਬਿਹਤਰ ਹੈ ਤੇ ਉਹਦੇ ਵਿੱਚ ਕਿਹੜੇ ਖੁਰਾਕੀ ਤੱਤ ਨੇ ਜਿਹੜੇ ਪਾਏ ਜਾਂਦੇ ਨੇ। ਅਲੀਸ਼ਾ ਜੀ, ਤੁਹਾਡਾ ਬੜਾ ਅੱਛਾ ਕੁਐਸਚਨ ਹੈ। ਜਿਹੜੀ ਮੱਕੀ ਹੈ ਇਹ ਇੱਕ ਕੋਰ ਸੀਰੀਅਲ ਕਹਿੰਦੇ ਨੇ, ਮੋਟਾ ਅਨਾਜ ਹੈ। ਜੇ ਆਪਾਂ ਦੂਜੇ ਅਨਾਜ ਨੂੰ ਵੇਖੀਏ ਜਿਵੇਂ ਕਣਕ ਤੇ ਝੋਨਾ ਨੇ, ਇਹਨਾਂ ਨੂੰ ਬਰੀਕ ਅਨਾਜ ਕਹਿੰਦੇ ਆ। ਇਹਦੇ ਮੁਕਾਬਲੇ ਜਿਹੜੀ ਮੱਕੀ ਹੈ ਇਹਨੂੰ ਮੋਟਾ ਅਨਾਜ ਕਹਿੰਦੇ ਆ। ਹੁਣ ਹੁੰਦਾ ਕੀ ਹੈ ਕਿ ਜਿਹੜੇ ਕਣਕ ਤੇ ਝੋਨਾ ਹੈ ਇਹਦੇ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤੇ ਉਹਦੇ ਨਾਲ ਜਿਹੜੇ ਜਿਹਨੂੰ ਫਾਈਬਰ ਕੰਟੈਂਟ ਕਹਿੰਦੇ ਨੇ ਉਹਨਾਂ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਹੁਣ ਮੱਕੀ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਫਾਈਬਰ ਚਾਹੀਦਾ ਕਿਸ ਵਾਸਤੇ ਹੈ? ਸਾਡੇ ਸਰੀਰ ਦੇ ਵਿੱਚ ਅਸੀਂ ਲਗਾਤਾਰ ਸਟਾਰਚ ਆਧਾਰਿਤ ਅਨਾਜਾਂ 'ਤੇ ਚਲੇ ਗਏ, ਉਹਦੇ ਨਾਲ ਕੀ ਹੋਇਆ, ਜਿਹੜਾ ਗਲੂਕੋਜ਼ ਹੈ ਉਹਦੀ ਮਾਤਰਾ ਬਹੁਤ ਵੱਧ ਗਈ, ਤੇ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਕਈ ਸਟੇਟ ਨੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿ ਸਿਰਫ ਚਾਵਲ ਤੇ ਮੱਕੀ ਦੇ ਉੱਤੇ ਆ ਗਏ। ਉਹਦੇ ਨਾਲ ਕੀ ਹੋਇਆ, ਸਮੇਂ ਦੇ ਨਾਲ ਉਹਨਾਂ ਨੂੰ ਸ਼ੂਗਰ ਤੇ ਹੋਰ ਕਈ ਬਿਮਾਰੀਆਂ ਨੇ ਘੇਰ ਲਿਆ। ਹੁਣ ਅਸੀਂ ਮੋਟੇ ਅਨਾਜ ਨੂੰ ਸਵਾਦ ਕਰਕੇ ਬਰੀਕ ਅਨਾਜ 'ਤੇ ਚਲੇ ਗਏ, ਮੋਟਾ ਅਨਾਜ ਖਾਣਾ ਬੰਦ ਕਰਤਾ। ਇਸ ਕਰਕੇ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਸਾਨੂੰ ਮੋਟਾ ਅਨਾਜ ਖਾਣਾ ਚਾਹੀਦਾ। ਮੱਕੀ ਇੱਕ ਬਹੁਤ ਵਧੀਆ ਅਨਾਜ ਹੈ ਜਿਹਦੇ ਵਿੱਚ ਕੋਈ ਅਰਾਊਂਡ 65 ਤੋਂ 70% ਸਟਾਰਚ ਹੁੰਦਾ ਹੈ, 3 ਤੋਂ 4% ਜਿਹੜਾ ਤੇਲ ਵੀ ਹੁੰਦਾ ਹੈ, ਉਸ ਤੋਂ ਸਿਵਾਏ 10-15% ਕਰੂਡ ਫਾਈਬਰ ਹੁੰਦਾ ਹੈ। ਤੇ ਇਹਦੇ ਨਾਲ ਇੱਕ ਹੋਰ ਵਧੀਆ ਚੀਜ਼ ਇਹ ਹੈਗੀ ਹੈ ਵੀ ਜਿਹੜਾ ਚਾਵਲ ਹੈ ਉਹਦੇ 'ਚ ਕੋਈ ਵਿਟਾਮਿਨ ਨਹੀਂ, ਤੇ ਜਿਹੜੀ ਮੱਕੀ ਹੈ ਇਹਦੇ ਵਿੱਚ ਇੱਕ ਜਿਹੜਾ ਵਿਟਾਮਿਨ ਏ ਹੈ ਜੋ ਸਾਨੂੰ ਕਿ ਚੰਗੀ ਅੱਖਾਂ ਦੀ ਚੰਗੀ ਸਿਹਤ ਵਾਸਤੇ ਚਾਹੀਦਾ ਉਹ ਹੁੰਦਾ ਹੈ। ਪਲੱਸ ਨਾਲ ਇੱਕ ਕਈ ਇਹਦੇ 'ਚ ਰੰਗਾਂ ਦੀ ਮੱਕੀ ਹੁੰਦੀ ਹੈ, ਕੋਈ ਪੀਲੀ, ਕੋਈ ਨੀਲੀ, ਕੋਈ ਲਾਲ, ਕੋਈ ਗੁਲਾਬੀ। ਇਸ ਕਰਕੇ ਇਹਦੇ ਜਿਹੜੇ ਰੰਗ ਨੇ ਪ੍ਰਮਾਤਮਾ ਨੇ ਬਖਸ਼ੇ ਨੇ, ਇਹ ਸਾਡੀ ਸਿਹਤ ਵਾਸਤੇ ਬੜੇ ਹੀ ਫਾਇਦੇਮੰਦ ਨੇ। ਇਸ ਕਰਕੇ ਮੈਂ ਇਹ ਕਹਾਂਗਾ ਕਿ ਜਿਹੜੀ ਮੱਕੀ ਆ ਇਹ ਇੱਕ ਬਹੁਤ ਅੱਛਾ ਅਨਾਜ ਹੈ। ਸਾਨੂੰ ਇਹ ਤੋਂ ਇਹਦੇ ਜਿਹੜੀ ਕੁਦਰਤ ਨੇ ਇਹਦੇ 'ਚ ਰੰਗ ਪਾਏ ਨੇ, ਜਿਹੜੇ ਇਹਦੇ 'ਚ ਖੁਰਾਕੀ ਤੱਤ ਪਾਏ ਨੇ, ਸਾਨੂੰ ਉਹਦਾ ਬੈਨੀਫਿਟ ਲੈਣਾ ਚਾਹੀਦਾ। ਜਿਵੇਂ ਮੱਕੀ ਦਾ ਤੇਲ ਹੈ, ਇਹ ਬਹੁਤ ਵਧੀਆ ਕਿਸਮ ਦਾ ਹੁੰਦਾ, ਇਹ ਜਿਹੜਾ ਹਾਰਟ ਦੀਆਂ ਬਿਮਾਰੀਆਂ ਨੂੰ ਵੀ ਘੱਟ ਕਰਦਾ ਹੈ, ਤੇ ਹੋਰ ਵੀ ਕਈ ਇਹਦੇ ਬੈਨੀਫਿਟ ਹੈਗੇ ਨੇ। ਇਸ ਕਰਕੇ ਸਾਨੂੰ ਅਨਾਜ ਦੇ ਤੌਰ ਤੇ ਮੱਕੀ ਨੂੰ ਸਾਲ ਦੇ ਵਿੱਚ ਬਹੁਤਾ ਟਾਈਮ ਜ਼ਰੂਰ ਸਾਨੂੰ ਇਹਦਾ ਸੇਵਨ ਕਰਨਾ ਚਾਹੀਦਾ। ਡਾਕਟਰ ਸਾਹਿਬ, ਸਾਡੇ ਕਿਸਾਨ ਵੀਰਾਂ ਨੂੰ ਇਹ ਵੀ ਦੱਸੋ ਕਿ ਤੁਹਾਡੀ ਇਸ ਪ੍ਰਯੋਗਸ਼ਾਲਾ ਦੇ ਵਿੱਚ ਮੱਕੀ ਦੇ ਉੱਤੇ ਕਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ? ਜੋ ਸਾਡੀ ਇਹ ਪ੍ਰਯੋਗਸ਼ਾਲਾ ਹੈ, ਪਹਿਲਾ ਕਦਮ ਇਹ ਦੱਸ ਦਿਆਂ ਕਿ ਭਾਰਤੀ ਮੱਕੀ ਖੋਜ ਸੰਸਥਾਨ ਦੇ ਆਲ ਓਵਰ ਇੰਡੀਆ 3-4 ਤਾਂ ਸਾਡੇ ਰੀਜਨਲ ਸਟੇਸ਼ਨ ਨੇ, ਤੇ ਸਾਡੇ 29 ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਐਕਰਿਪ ਸੈਂਟਰ ਜਿਹਨੂੰ ਅਸੀਂ ਕਹਿੰਦੇ ਆ ਉਹ ਹੁੰਦੇ ਨੇ। ਲੇਕਿਨ ਉਹ ਸਾਡੀ ਪ੍ਰਯੋਗਸ਼ਾਲਾ ਇੱਕ ਹੀ ਹੈ ਜੋ ਉੱਥੇ ਲੁਧਿਆਣੇ ਵਿੱਚ ਹੈ। ਇਹਦੇ ਵਿੱਚ ਅਸੀਂ ਮੱਕੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਦਾ ਪ੍ਰੋਟੀਨ ਦੀ ਮਾਤਰਾ ਦੇਖਦੇ ਹਾਂ, ਫਿਰ ਅਸੀਂ ਉਹਦੀ ਪ੍ਰੋਟੀਨ ਦੀ ਕੁਆਲਿਟੀ ਦੇਖਦੇ ਹਾਂ। ਪ੍ਰੋਟੀਨ ਦੀ ਕੁਆਲਿਟੀ ਦਾ ਭਾਵ ਇਹ ਹੁੰਦਾ ਕਿ ਇਹਦੇ 'ਚ ਜਿਹੜੇ ਅਮੀਨੋ ਐਸਿਡ ਨੇ, ਕੋਈ ਜ਼ਰੂਰੀ ਅਮੀਨੋ ਐਸਿਡ ਹੁੰਦੇ ਨੇ, ਕੋਈ ਗੈਰ ਜ਼ਰੂਰੀ ਹੁੰਦੇ ਨੇ। ਹੁਣ ਮੱਕੀ ਦੇ ਵਿੱਚ ਅਸੀਂ ਪਿਛਲੇ ਕੁਝ ਸਾਲਾਂ ਦੀ ਰਿਸਰਚ ਦੇ ਨਾਲ ਇਹ ਜਿਹੜੇ ਜ਼ਰੂਰੀ ਅਮੀਨੋ ਐਸਿਡ ਸੀਗੇ ਉਹਨਾਂ ਦੀ ਮਾਤਰਾ ਨੂੰ ਕਾਫੀ ਜ਼ਿਆਦਾ ਵਧਾਇਆ, ਜਿਹਨੂੰ ਕਿ ਅਸੀਂ ਕੁਆਲਿਟੀ ਪ੍ਰੋਟੀਨ ਮੇਜ ਕਹਿੰਦੇ ਹਾਂ। ਤੇ ਉਹਦੀ ਜਿਹੜੀ ਕੁਆਲਿਟੀ ਹੈ ਦੁੱਧ ਦੇ ਪ੍ਰੋਟੀਨ ਦੇ ਬਰਾਬਰ ਹੁੰਦੀ ਹੈ। ਤੇ ਇਹਦੀ ਅਸੀਂ ਜਿਹੜੇ ਜ਼ਰੂਰੀ ਅਮੀਨੋ ਐਸਿਡ ਨੂੰ ਚੈੱਕ ਕਰਦੇ ਹਾਂ,
ਇਹਦੇ ਵਿੱਚ ਅਸੀਂ ਪ੍ਰੋਟੀਨ ਦੀ ਮਾਤਰਾ ਨੂੰ ਚੈੱਕ ਕਰਦੇ ਹਾਂ, ਇਹਦੇ 'ਚ ਅਸੀਂ ਆਇਲ ਦੀ ਮਾਤਰਾ ਨੂੰ ਚੈੱਕ ਕਰਦੇ ਹਾਂ, ਤੇਲ ਕਿੰਨਾ ਹੈਗਾ, ਕਰੂਡ ਫਾਈਬਰ ਦੀ ਮਾਤਰਾ ਨੂੰ ਚੈੱਕ ਕਰਦੇ ਹਾਂ। ਫਿਰ ਜਿਹੜੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਭਈ ਪ੍ਰੋ ਵਿਟਾਮਿਨ ਏ, ਮਤਲਬ ਵਿਟਾਮਿਨ ਏ ਜਿਸ ਚੀਜ਼ ਤੋਂ ਬਣਦਾ ਹੈ ਉਹਦੀ ਮਾਤਰਾ ਕਿੰਨੀ ਹੈ। ਮੈਂ ਦੱਸਿਆ ਸੀ ਜਿਹੜੀ ਚਿੱਟੀ ਮੱਕੀ ਹੈ ਉਹਦੇ 'ਚ ਬਿਲਕੁਲ ਘੱਟ ਹੁੰਦਾ ਹੈ, ਤੇ ਜਿਹੜੀ ਰੰਗਦਾਰ ਮੱਕੀ ਹੈ ਉਹਦੇ 'ਚ ਵਿਟਾਮਿਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਫਿਰ ਅਸੀਂ ਇਹਦੇ 'ਚ ਜ਼ਿੰਕ ਦੇਖਦੇ ਹਾਂ, ਆਇਰਨ ਦੀ ਮਾਤਰਾ ਦੇਖਦੇ ਹਾਂ। ਉਸ ਤੋਂ ਸਿਵਾਏ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ ਅਸੀਂ ਪ੍ਰਯੋਗਸ਼ਾਲਾ ਦੇ ਵਿੱਚ ਕਿ ਵੀ ਸਾਡੇ ਕੋਲ ਜਿਹੜੇ ਬੀਜ ਨੇ ਉਹਨਾਂ ਦੀ ਉਗਣ ਸ਼ਕਤੀ ਕਿੰਨੀ ਹੈ, ਉਹਨਾਂ ਦੀ ਜਰਮੀਨੇਸ਼ਨ ਕੀ ਹੈਗੀ ਹੈ, ਇਹ ਵੇਖ ਲੈਂਦੇ ਹਾਂ। ਤੇ ਇਸ ਤਰ੍ਹਾਂ ਕਰਕੇ ਅਸੀਂ ਮੱਕੀ ਦੇ ਆਧਾਰਿਤ ਜਿੰਨੇ ਵੀ ਟੈਸਟ ਨੇ, ਹਾਂ ਅਸੀਂ ਪਿਛਲੇ ਕੁਝ ਸਾਲਾਂ 'ਚ ਇਹ ਵੀ ਤਜਰਬੇ ਕੀਤੇ ਨੇ ਕਿ ਉਹ ਮੱਕੀ ਪੈਦਾ ਕਰੀਏ ਜਿਹੜੀ ਕਿ ਸਾਡੇ ਪੇਟ ਵਿੱਚ ਹੌਲੀ ਹੌਲੀ ਜਾ ਕੇ ਡਾਈਜੈਸਟ ਹੋਵੇ। ਹੌਲੀ ਹੌਲੀ ਡਾਈਜੈਸਟ ਹੋਣ ਦਾ ਭਾਵ ਇਹ ਹੈਗਾ ਕਿ ਜਿਹੜੀਆਂ ਕਈ ਸਾਡੀ ਜਨਸੰਖਿਆ ਜਿਨ੍ਹਾਂ ਨੂੰ ਸ਼ੂਗਰ ਹੋ ਸਕਦੀ ਹੈ ਜਾਂ ਆਲਰੇਡੀ ਜਿਨ੍ਹਾਂ ਨੂੰ ਸ਼ੂਗਰ ਹੋ ਰੱਖੀ ਹੈ ਉਹਨਾਂ ਨੂੰ ਅਸੀਂ ਚੀਨੀ ਖਾਣ ਤੋਂ ਵਰਜਿਤ ਕਰਦੇ ਹਾਂ। ਉਹ ਮੱਕੀ ਅਸੀਂ ਪੈਦਾ ਕਰ ਰਹੇ ਹਾਂ ਜਿਹੜੀ ਕਿ ਧੀਰੇ ਧੀਰੇ ਪੇਟ ਦੇ ਵਿੱਚ ਉਹਦੀ ਮਤਲਬ ਡਾਈਜੈਸ਼ਨ ਹੋਵੇ ਤਾਂ ਕਿ ਉਹਨੂੰ ਖਾਣ ਦੇ ਨਾਲ ਜਿਹੜਾ ਕਿ ਸ਼ੂਗਰ ਦੇ ਰੋਗ ਤੋਂ ਬਚਿਆ ਜਾ ਸਕੇ। ਡਾਕਟਰ ਸਾਹਿਬ, ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਅੱਗੇ ਵਧਦੇ ਹੋਏ ਕੀ ਰਾਏ ਦੇਣਾ ਚਾਹੋਗੇ ਕਿ ਮੱਕੀ ਹੇਠ ਜਿਹੜਾ ਰਕਬਾ ਹੈ ਆਪਣੀ ਕਾਸ਼ਤ ਦਾ ਉਹ ਵਧਾਇਆ ਜਾਣਾ ਚਾਹੀਦਾ ਹੈ? ਦੇਖੋ ਅਲੀਸ਼ਾ ਜੀ, ਜੋ ਪੰਜਾਬ ਦਾ ਕਿਸਾਨ ਵੀਰ ਹੈ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਉਹ ਸਾਡੇ ਵਿਗਿਆਨੀਆਂ ਨਾਲੋਂ, ਸਾਡੇ ਸਾਇੰਸਦਾਨਾਂ ਨਾਲੋਂ ਜ਼ਿਆਦਾ ਸਿਆਣਾ ਹੈ ਅਤੇ ਉਹ ਹਰ ਗੱਲ ਦੇ ਪਹਿਲੂ ਨੂੰ ਜਾਣ ਕੇ ਉਸ ਤੋਂ ਬਾਅਦ ਹੀ ਆਪਣਾ ਫੈਸਲਾ ਲੈਂਦਾ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਦੇ ਝੋਨੇ ਦੀ ਲਗਾਤਾਰ ਕਾਸ਼ਤ ਕਰਕੇ ਜੋ ਅਸੀਂ ਪਿਛਲੇ 30-40 ਸਾਲ ਤੋਂ 50 ਸਾਲ ਤੋਂ ਕਰ ਰਹੇ ਹਾਂ, ਜੋ ਹਾਲਾਤ ਬਣੇ ਅਤੇ ਇਹ ਹੁਣ ਮਜਬੂਰੀ ਬਣ ਗਈ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਭਾਵੇਂ ਉਹ ਸੈਂਟਰ ਦੀ ਗੌਰਮੈਂਟ ਹੋਵੇ, ਭਾਵੇਂ ਸਟੇਟ ਦੀ ਗੌਰਮੈਂਟ ਹੈ, ਭਾਵੇਂ ਕਿਸਾਨ ਵੀਰ ਨੇ, ਕਿ ਜੇ ਪਾਣੀ ਹੀ ਖਤਮ ਹੋ ਗਿਆ ਤਾਂ ਫਿਰ ਅਸੀਂ ਝੋਨਾ ਕਿੱਥੋਂ ਬੀਜਾਂਗੇ। ਹੁਣ ਗੱਲ ਹੈ ਵੀ ਨਵੀਂ ਸੰਭਾਵਨਾ ਸਾਨੂੰ ਲਿਆਉਣੀ ਹੀ ਪੈਣੀ ਹੈ, ਅਤੇ ਜਿਹੜੀ ਨਵੀਂ ਸੰਭਾਵਨਾ ਉਹਦੇ ਵਿੱਚ ਮੱਕੀ ਦੀ ਫਸਲ ਦੀ ਮੈਨੂੰ ਸਭ ਤੋਂ ਵੱਧ ਸੰਭਾਵਨਾ ਦਿਖਦੀ ਹੈ। ਇਸ ਕਰਕੇ ਨਹੀਂ ਕਿ ਮੈਂ ਮੱਕੀ ਦਾ ਸਾਇੰਸਦਾਨ ਹਾਂ, ਕਿਉਂਕਿ ਮੱਕੀ ਮੈਂ ਦੱਸਿਆ ਬਹੁਤ ਮੰਤਵੀ ਫਸਲ ਹੈ ਔਰ ਪਿਛਲੇ 3-4 ਸਾਲਾਂ 'ਚ ਇਹ ਦੇਖਣ 'ਚ ਵੀ ਆਇਆ ਕਿ ਅਖੀਰ ਨੂੰ ਘੁੰਮ ਘੁਮਾ ਕੇ ਮੱਕੀ ਨੇ ਹੀ ਕਿਸਾਨ ਦੇ ਉਸ ਅਰਥਚਾਰੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਮੈਂ ਇੱਕ ਅਪੀਲ ਵੀ ਕਰਦਾ ਆਪਣੇ ਕਿਸਾਨ ਭਰਾਵਾਂ ਨੂੰ ਕਿ ਅਗਰ ਸਾਰਾ ਨਹੀਂ ਤਾਂ ਕੁਛ ਰਕਬਾ ਜਿਹੜਾ ਹੈਗਾ ਉਹ ਮੱਕੀ ਥੱਲੇ ਲਿਆਉਣ, ਮੱਕੀ ਥੱਲੇ ਵੀ ਅਲੱਗ-ਅਲੱਗ ਮੰਤਵਾਂ ਵਾਸਤੇ ਲੈ ਕੇ ਆਉਣ। ਤੁਹਾਨੂੰ ਵੇਖੋਗੇ ਕਿ ਮੈਂ ਜਿਵੇਂ ਦੁਆਬੇ ਤੋਂ ਬਿਲੋਂਗ ਕਰਦਾ, ਦੁਆਬੇ ਏਰੀਏ ਦੇ ਵਿੱਚ ਲੋਕਾਂ ਨੇ ਕਾਫੀ ਜ਼ਿਆਦਾ ਮੁਨਾਫਾ ਮੱਕੀ ਤੋਂ ਕਮਾਉਣਾ ਸ਼ੁਰੂ ਕੀਤਾ ਹੋਇਆ। ਅਤੇ ਇਹ ਵੀ ਸੱਚ ਹੈ, ਅਗਰ 1 ਲੱਖ ਹੈਕਟੇਅਰ ਏਰੀਆ ਮੱਕੀ ਥੱਲੇ ਹੈ ਤਾਂ ਪਾਣੀ ਦਾ ਪੰਜਾਬ ਦੇ ਵਿੱਚ ਇੱਕ ਖੇਤ ਤੱਕ ਪਹੁੰਚਿਆ ਹੋਇਆ, ਉਹ ਕੁਝ ਝੋਨਾ ਕਿਉਂ ਨਹੀਂ ਬੀਜਦੇ? ਅਗਰ ਕਿਸੇ ਨੂੰ ਮੱਕੀ ਤੋਂ ਲਾਭ ਹੁੰਦਾ ਉਹ ਤਾਂਹੀਓ ਹੀ ਮੱਕੀ ਬੀਜਦਾ। ਤਾਂ ਮੇਰੀ ਅਪੀਲ ਹੈ ਕਿਸਾਨ ਵੀਰਾਂ ਨੂੰ ਕਿ ਉਹ ਥੋੜ੍ਹਾ ਕਰਕੇ ਮੱਕੀ ਵੱਲ ਨੂੰ ਵਧਣ ਅਤੇ ਸੰਭਾਵਨਾ ਬਣੇਗੀ। ਅਤੇ ਮੈਨੂੰ ਪੂਰੀ ਉਮੀਦ ਹੈ ਨਾ ਇੱਕ ਦਿਨ ਪੰਜਾਬ ਵਿੱਚ 1/3 ਜਾਂ ਏਰੀਏ ਤੋਂ ਜ਼ਿਆਦਾ ਮੱਕੀ ਥੱਲੇ ਜ਼ਰੂਰ ਆਵੇਗਾ। ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਸ ਜਾਣਕਾਰੀ 'ਤੇ ਅਮਲ ਕਰਨਗੇ ਅਤੇ ਵਧੇਰੇ ਮੁਨਾਫਾ ਕਮਾਉਣਗੇ। ਤੁਹਾਡਾ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਧੰਨਵਾਦ ਅਲੀਸ਼ਾ ਜੀ, ਮੈਨੂੰ ਇਸ ਪ੍ਰੋਗਰਾਮ ਵਿੱਚ ਬੁਲਾਉਣ ਵਾਸਤੇ ਅਤੇ ਕਿਸਾਨ ਵੀਰਾਂ ਦੇ ਰੂਬਰੂ ਹੋਣ ਵਾਸਤੇ। ਬਹੁਤ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਕਿਸਾਨ ਵੀਰਾਂ ਦਾ ਵੀ ਬਹੁਤ ਧੰਨਵਾਦ।